First numerical was MCQ was which of the following metals exist in their native state in nature। मैं ਤੁਹਾਨੂੰ ਦੱਸਿਆ ਸੀ ਕਿ ਜਿਹੜੀਆਂ metals less reactive ਆ, ਜਿਨ੍ਹਾਂ ਦੀ reactivity ਘੱਟ ਆ, ਉਹ ਬੱਚੇ native state ਦੇ ਵਿੱਚ ਮਿਲਦੀਆਂ ਆਪਾਂ ਨੂੰ, ਠੀਕ ਹੈ, unreactive form ਦੇ ਵਿੱਚ ਮਿਲਦੀਆਂ। Options ਦਿੱਤੀਆਂ ਹੋਈਆਂ, ਪਹਿਲਾਂ ਤਾਂ ਦੇਖੋ ਕਿ copper ਹੈ, ठीक है, Cu copper है, Au for gold, zinc for zinc, Ag for silver। तो फर्स्ट ऑफ ऑल ਆਪਾਂ ਨੂੰ ਇਹਨਾਂ ਦੇ ਜਿਹੜੇ ਸਿੰਬਲਸ ਆ ਉਹ ਯਾਦ ਹੋਣੇ ਚਾਹੀਦੇ ਆ, ਠੀਕ ਹੈ। फर्स्ट इज Cu, which is copper, ठीक है जी। नेक्स्ट वी हैव Au gold, zinc, Ag for silver। ਤਾਂ ਆਪਾਂ ਇਹਦੇ ਵਿੱਚ ਐਕਟੀਵਿਟੀ ਸੀਰੀਜ਼ ਕੀਤੀ ਹੋਈ ਹੈ। ਐਕਟੀਵਿਟੀ ਸੀਰੀਜ਼ ਵਿੱਚ ਆਪਾਂ ਦੇਖੀਏ ਤਾਂ ਜਿਹੜੇ 골ਡ ਤੇ ਸਿਲਵਰ ਆ ਉਹ ਦੋਨੋਂ ਬਾਟਮ ਤੇ ਲਾਈ ਕਰਦੇ ਆ। ਬਾਟਮ ਤੇ ਲਾਈ ਕਰਨ ਦਾ ਮਤਲਬ ਹੁੰਦਾ ਇਹਨਾਂ ਦੀ ਰਿਐਕਟੀਵਿਟੀ ਘੱਟ ਆ ਐਂਡ ਇਹ ਸਾਨੂੰ ਨੇਟਿਵ ਸਟੇਟ ਦੇ ਵਿੱਚ ਮਿਲਦੇ ਆ। ਨੈਕਸਟ ਦੇਖੋ ਆਪਸ਼ਨਸ ਦਿੱਤੀਆਂ ਹੋਈਆਂ ਸੀ। ਏ ਆਪਸ਼ਨ ਸੀ ਫਰਸਟ ਤੇ ਸੈਕੰਡ, ਬੀ ਆਪਸ਼ਨ ਸੀ ਸੈਕੰਡ ਤੇ ਥਰਡ, ਸੀ ਆਪਸ਼ਨ ਹੈ ਸੈਕੰਡ ਐਂਡ ਫੋਰਥ, ਡੀ ਆਪਸ਼ਨ ਹੈ ਥਰਡ ਐਂਡ ਫੋਰਥ। ਤਾਂ ਇਹਦੇ ਵਿੱਚ ਆਪਣੇ ਕੋਲ ਸੈਕੰਡ ਐਂਡ ਫੋਰਥ ਆਏਗਾ ਵਿਚ ਇਜ਼ ਸੀ ਆਪਸ਼ਨ। ਜਿਹਦਾ ਸੀ ਆਪਸ਼ਨ ਕਰੈਕਟ ਆ ਉਹ ਟਿਕ ਕਰ ਲਓ, ਠੀਕ ਹੈ, ਜਿਹਦਾ ਰੋਂਗ ਆ ਉਹ 0 ਮਾਰਕ ਲਗਾ ਲਓ। ਨੈਕਸਟ ਆਪਣੇ ਕੋਲ 12th MCQ ਆ ਕਿ ਮੈਟਲਸ ਆਰ ਰਿਫਾਈਨਡ ਬਾਈ ਯੂਜ਼ਿੰਗ ਡਿਫਰੈਂਟ ਮੈਥਡਸ। ਡਿਫਰੈਂਟ ਮੈਥਡਸ ਦੇ ਨਾਲ ਮੈਟਲ ਨੂੰ ਰਿਫਾਈਨ ਕੀਤਾ ਜਾਂਦਾ ਹੈ, ਪਿਊਰੀਫਾਈ ਕੀਤਾ ਜਾਂਦਾ ਹੈ। ਤਾਂ ਉਹ ਕਹਿੰਦਾ ਵਿਚ ਆਫ ਦਾ ਫੋਲੋਇੰਗ ਮੈਟਲਸ ਆਰ ਰਿਫਾਈਨਡ ਬਾਈ ਇਲੈਕਟ੍ਰੋਲਿਟਿਕ ਰਿਫਾਈਨਿੰਗ। ਇਲੈਕਟ੍ਰੋਲਿਟਿਕ ਰਿਫਾਈਨਿੰਗ ਦੇ ਨਾਲ ਕਿਹੜੀ ਮੈਟਲ ਨੂੰ ਆਪਾਂ ਪਿਊਰੀਫਾਈ ਕਰ ਸਕਦੇ ਹਾਂ, ਠੀਕ ਹੈ। ਤਾਂ ਇਹਦਾ ਜਿਹੜਾ ਆਪਸ਼ਨ ਹੈਗੀ ਆ that will be A option, ठीक है, फर्स्ट एंड सेकंड, Ag and copper, Ag and copper, ठीक है जी। बिकॉज ਜਿਹੜੀ ਸਿਲਵਰ ਆ ਤੇ ਕਾਪਰ ਆ ਇਹਨਾਂ ਨੂੰ ਆਪਾਂ ਇਲੈਕਟ੍ਰੋਲਿਟਿਕ ਰਿਫਾਈਨਿੰਗ ਦੇ ਨਾਲ ਬਿਜਲੀ ਪਾਸ ਕਰਕੇ ਪਿਊਰੀਫਾਈ ਕਰਦੇ ਹਾਂ, ਠੀਕ ਹੈ। 13th ਆਪਣੇ ਕੋਲ ਹੈਗਾ ਸਿਲਵਰ ਆਰਟੀਕਲਸ ਬਿਕਮ ਬਲੈਕ ਔਨ ਪ੍ਰੋਲੋਂਗਡ ਐਕਸਪੋਜ਼ਰ ਟੂ 에ਅਰ। ਹੌਲੀ ਹੌਲੀ ਟਾਈਮ ਦੇ ਨਾਲ ਚਾਂਦੀ ਹਵਾ ਨਾਲ ਰਿਐਕਟ ਕਰਕੇ ਬਲੈਕ ਹੋ ਜਾਂਦੀ ਹੈ। ਦਿਸ ਇਜ਼ ਡਿਊ ਟੂ ਦਾ ਫਾਰਮੇਸ਼ਨ ਆਫ ਵਿਚ ਕੰਪਾਊਂਡ। ਤਾਂ ਜਦੋਂ ਸਿਲਵਰ ਸਲਫਾਈਡ ਬਣਦਾ ਹੈ, ਠੀਕ ਹੈ, Ag2S, ਠੀਕ ਹੈ, ਇਹਦੇ ਕਰਕੇ ਜਿਹੜੀ ਸਿਲਵਰ ਆ ਉਹ ਬਲੈਕ ਹੁੰਦੀ ਆ। ਸੋ ਆਪਣੇ ਕੋਲ ਆਈ ਥਿੰਕ ਦਿਸ ਇਜ਼ ਸੀ ਆਪਸ਼ਨ, ਠੀਕ ਹੈ। ਸਿਲਵਰ ਸਲਫਾਈਡ ਦੀ ਫਾਰਮੇਸ਼ਨ ਹੁੰਦੀ ਹੈ। ਫਰਸਟ ਚੈਪਟਰ ਚ ਆਪਾਂ ਕੋਰੋਜ਼ਨ ਚ ਵੀ ਕੀਤਾ ਸੀ। 13th ਦਾ ਸੀ ਆਪਸ਼ਨ ਆਏਗਾ। 14th ਹੈਗਾ ਗੈਲਵੇਨਾਈਜੇਸ਼ਨ ਇਜ਼ ਅ ਮੈਥਡ ਆਫ ਪ੍ਰੋਟੈਕਟਿੰਗ ਆਇਰਨ ਫਰੋਮ ਰਸਟਿੰਗ ਬਾਈ ਕੋਟਿੰਗ ਵਿਦ ਅ ਥਿਨ ਲੇਅਰ ਆਫ ਵਿਚ ਮੈਟਲ। ਬੱਚੇ ਤੁਸੀਂ ਆਨਸਰ ਕਰੋ, ਕਾਫੀ ਵਾਰ ਕਰ ਲਿਆ ਆਪਾਂ। ਜ਼ਿੰਕ ਮੈਮ, ਜ਼ਿੰਕ, ਯੈਸ, 14th ਦਾ ਸੀ ਆਪਸ਼ਨ ਆ, ਠੀਕ ਹੈ। then अपने को हैगा 15th stainless steel is a very useful material for our life। in stainless steel iron is mixed with nickel and chromium, ठीक है। ਜਿਹੜਾ ਆਪਣੇ ਕੋਲ ਸਟੀਲ ਫਾਰਮ ਹੁੰਦੀ ਹੈ ਬੱਚੇ, ਸਟੀਲ ਦੇ ਵਿੱਚ ਕੀ ਕੁਝ ਹੁੰਦਾ ਹੈਗਾ ਦੇਖੋ। ਸਟੀਲ ਵਿੱਚ ਹੁੰਦਾ ਆਇਰਨ, Fe is the symbol for iron। ਸਿੰਬਲ ਜ਼ਰੂਰ ਤੁਹਾਨੂੰ ਯਾਦ ਹੋਣੇ ਚਾਹੀਦੇ ਹੈ। ਨਾਲ ਇਹਦੇ ਹੁੰਦਾ ਨਿਕਲ, ਠੀਕ ਹੈ, ਨਾਲ ਇਹਦੇ ਹੁੰਦਾ ਹੈਗਾ chromium, Cr। Cr is used for chromium, okay जी। so ਇਹਦਾ ਜਿਹੜਾ ਆਨਸਰ ਹੈ that will be A। then ਆਪਣੇ ਕੋਲ 16th question ਆ ਕਿ if copper is kept open in air, ਅਗਰ ਆਪਾਂ ਕਾਪਰ ਨੂੰ 에ਅਰ ਵਿੱਚ ਰੱਖ ਦਿੰਨੇ ਆ ਉਦਾਂ ਹੀ, it slowly loses its shining brown surface। ਹੌਲੀ ਹੌਲੀ ਜਿਹੜਾ ਇਹਦਾ ਸ਼ਾਈਨੀ ਬਰਾਊਨ ਸਰਫੇਸ ਆ ਉਹ ਜਿਹੜਾ ਹੈਗਾ ਖਤਮ ਹੋ ਜਾਂਦਾ ਹੈਗਾ ਐਂਡ ਗੇਨਸ ਅ ਗ੍ਰੀਨ ਕੋਟਿੰਗ, ਠੀਕ ਹੈ। ਤੇ ਹਰੇ ਜਿਹੇ ਹੋ ਜਾਂਦੇ ਆ ਜਿਹੜੇ ਮਤਲਬ ਕਾਪਰ ਦੇ ਕੋਈ ਵੀ ਯੂਟੈਂਸਿਲਸ ਆ। ਇਟ ਇਜ਼ ਡਿਊ ਟੂ ਦਾ ਫਾਰਮੇਸ਼ਨ ਆਫ, ਉਹ ਬੱਚੇ ਗ੍ਰੀਨ ਕਿਉਂ ਹੁੰਦੇ ਆ ਬਿਕੋਜ਼ ਉਹਨਾਂ ਦੇ ਉੱਪਰ ਤੁਹਾਨੂੰ ਇੱਕ ਕੁਐਸਚਨ ਵੀ ਹੈ ਇਸ ਚੈਪਟਰ ਦੇ ਵਿੱਚ ਵੀ ਕਾਪਰ ਯੂਟੈਂਸਿਲਸ ਦੇ ਉੱਪਰ ਗ੍ਰੀਨ ਕੋਟਿੰਗ ਕਿਉਂ ਹੁੰਦੀ ਆ। ਬਿਕੋਜ਼ ਉਹਨਾਂ ਦੇ ਉੱਪਰ ਕਾਪਰ ਕਾਰਬੋਨੇਟ ਤੇ ਕਾਪਰ ਹਾਈਡਰੋਕਸਾਈਡ ਦੀਆਂ ਲੇਅਰਸ ਆ ਜਾਂਦੀਆਂ, ਠੀਕ ਹੈ, CuCO3।
ਜਿਹਦੇ ਨਾਲ CO3 ਲੱਗਾ ਹੋਵੇ that is carbonate, always ਜਿੱਥੇ ਵੀ CO3 ਲੱਗਾ ਹੋਏਗਾ। ਜਿਹਦੇ ਨਾਲ OH ਲੱਗਾ ਹੋਵੇ that is hydroxide। ਠੀਕ ਹੈ ਜੀ। ਤਾਂ ਇਹਦੀਆਂ ਲੇਅਰ ਡਿਪੋਜ਼ਿਟ ਹੋਣ ਕਰਕੇ ਕਾਪਰ ਗੈਟਸ ਆ ਗ੍ਰੀਨ ਕੋਟਿੰਗ। ਠੀਕ ਹੈ ਜੀ। 17th ਇਹਦੇ ਚ MCQ ਹੈ ਕਿ ਜਨਰਲੀ ਮੈਟਲਸ ਆਰ ਸੋਲਿਡ ਇਨ ਨੇਚਰ। ਜਨਰਲੀ ਜਿਹੜੀਆਂ ਮੈਟਲਸ ਆ ਸੋਲਿਡ ਹੁੰਦੀਆਂ, ਬਟ ਵਿਚ ਵਨ ਆਫ ਦਾ ਫੋਲੋਇੰਗ ਮੈਟਲ ਇਜ਼ ਫਾਊਂਡ ਇਨ ਲਿਕੁਇਡ ਸਟੇਟ ਐਟ ਰੂਮ ਟੈਂਪਰੇਚਰ। ਆਪਸ਼ਨਸ ਦਿੱਤੀਆਂ ਹੈਗੀਆਂ Na ਸੋਡੀਅਮ, Fe ਆਇਰਨ, ਐਲੂਮੀਨੀਅਮ ਐਂਡ Hg ਇਜ਼ ਯੂਜ਼ਡ ਫॉर ਮਰਕਰੀ। ਤੁਸੀਂ ਮੈਨੂੰ ਇਹਦਾ ਆਨਸਰ ਕਰੋਗੇ ਬਿਕੋਜ਼ ਆਪਾਂ ਚੈਪਟਰ ਦੇ ਵਿੱਚ ਇਹ ਕੀਤਾ ਹੋਇਆ। मर्क्यूरी मैम। Mercury मैम Hg। हाँ जी, yes, very good. Hg is the symbol for mercury, so correct option is 17th the D। ठीक है जी। Next we will move on to the 18th MCQ. Which of the following metals are obtained by electrolysis of their chlorides in molten state? ठीक है, ਤਾਂ ਕਿਹੜੇ ਜਿਹੜੇ ਆਪਣੇ ਕੋਲ ਕੰਪਾਊਂਡ ਫਾਰਮ ਹੁੰਦੇ ਆ ਮੋਲਟਨ ਸਟੇਟ ਦੇ ਵਿੱਚ ਇਲੈਕਟ੍ਰੋਲਿਸਿਸ ਕਰਕੇ। ਠੀਕ ਹੈ, ਤਾਂ ਇਹਨਾਂ ਨੇ ਇਹਦਾ ਆਨਸਰ ਦਿੱਤਾ ਹੋਇਆ ਹੈ ਡੀ। ਠੀਕ ਹੈ ਜੀ। ਡੀ ਵਿੱਚ ਹੈਗਾ ਫਰਸਟ ਐਂਡ ਸੈਕਿੰਡ, ਮਤਲਬ ਕਿ ਸਾਡੇ ਕੋਲ ਫਰਸਟ ਆਪਸ਼ਨ ਸੀਗੀ Na, ਸੈਕਿੰਡ ਆਪਸ਼ਨ ਸੀਗੀ ਕੈਲਸ਼ੀਅਮ, ਥਰਡ ਆਪਸ਼ਨ ਸੀਗੀ ਆਇਰਨ, ਫੋਰਥ ਆਪਸ਼ਨ ਸੀਗੀ Cu। ਤੇ ਕਰੈਕਟ ਆਪਸ਼ਨ ਦਿੱਤਾ ਹੈਗਾ ਡੀ। ਡੀ ਦੇ ਵਿੱਚ ਹੈਗਾ ਫਰਸਟ ਤੇ ਸੈਕਿੰਡ। ਤਾਂ ਜਦੋਂ ਬੱਚੇ ਅਸੀਂ ਕਲੋਰਾਈਡਸ ਦੀ ਇਲੈਕਟ੍ਰੋਲਿਸਿਸ ਕਰਾਂਗੇ, ਮਤਲਬ NaCl ਜਾਂ CaCl2, ਇਹਨਾਂ ਦੋਨਾਂ ਦੇ ਵਿੱਚੋਂ ਜਦੋਂ ਬਿਜਲੀ ਪਾਸ ਕਰਦੇ ਆ ਆਪਾਂ, Na ਪੋਜ਼ਿਟਿਵ ਤੇ Cl ਨੈਗੇਟਿਵ ਬਣਦੇ ਆ, ਉੱਥੋਂ ਆਪਾਂ ਨੂੰ ਸੋਡੀਅਮ ਤੇ ਕਲੋਰੀਨ ਗੈਸ ਮਿਲਦੀ ਹੈ। ਇੱਧਰ ਕੈਲਸ਼ੀਅਮ 2 ਪੋਜ਼ਿਟਿਵ ਤੇ Cl ਨੈਗੇਟਿਵ ਬਣਦੇ ਆ ਇਹਦੇ ਤੋਂ। ਠੀਕ ਹੈ, ਸੋ ਆਪਣੇ ਕੋਲ ਸੋਡੀਅਮ ਤੇ ਕੈਲਸ਼ੀਅਮ ਇਦਾਂ ਦੀਆਂ ਮੈਟਲਸ ਆ ਵੀ ਜਦੋਂ ਆਪਾਂ ਉਹਨਾਂ ਦੇ ਕਲੋਰਾਈਡਸ ਦੇ ਵਿੱਚ ਬਿਜਲੀ ਪਾਸ ਕਰਦੇ ਆ ਤਾਂ ਆਪਣੇ ਕੋਲੇ ਇਹ ਮੈਟਲਸ ਆਬਟੇਨ ਹੁੰਦੀਆਂ। ਠੀਕ ਹੈ ਜੀ। ਦੈਨ ਆਪਣੇ ਕੋਲ ਹੈਗਾ ਜਨਰਲੀ ਨੌਨ ਮੈਟਲਸ ਆਰ ਨਾਟ ਲਸਟਰਸ। ਨੌਨ ਮੈਟਲਸ ਦਾ ਕੋਈ ਲਸਟਰ ਨਹੀਂ ਹੁੰਦਾ। ਵਿਚ ਆਫ ਦਾ ਫੋਲੋਇੰਗ ਨੌਨ ਮੈਟਲਸ ਇਜ਼ ਲਸਟਰਸ? ਸਲਫਰ, ਫਾਸਫੋਰਸ, ਨਾਈਟ੍ਰੋਜਨ ਤੇ ਆਇਓਡੀਨ। ਇਹ ਵੀ ਮੈਂ ਕਰਵਾਇਆ ਹੋਇਆ, ਇਹਦਾ ਆਨਸਰ ਤੁਸੀਂ ਕਰੋਗੇ। आयोडीन मैम। Yes, iodine is the only metal with luster, non-metal, sorry, iodine is the only non-metal with luster। वैसे ਜਿਹੜੀਆਂ non metals ਆ dull appearance ਹੁੰਦੀ ਆ, ਸਿਰਫ iodine ਦਾ ਜਿਹੜਾ ਹੈਗਾ luster ਹੁੰਦਾ। 20th ਸੀਗਾ which one of the following four metals would be displaced from the solution of its salt by other three metals। ਠੀਕ ਹੈ ਜੀ। ਤਾਂ ਇਹਦੇ ਵਿੱਚ ਹੈਗਾ, ਜਦੋਂ ਤੁਸੀਂ ਐਕਟੀਵਿਟੀ ਸੀਰੀਜ਼ ਦੇਖੋਗੇ ਤਾਂ ਆਪਣੇ ਕੋਲੇ ਮੈਗਨੀਸ਼ੀਅਮ ਸਭ ਤੋਂ ਉੱਪਰ ਆ, ਫਿਰ ਜ਼ਿੰਕ, ਫਿਰ ਆਇਰਨ, ਫਿਰ ਕਾਪਰ। ਇਹੀ ਚਾਰ ਆਪਸ਼ਨਸ ਆ। ਜਿਹੜਾ ਕਾਪਰ ਆ ਬਿਲਕੁਲ ਐਂਡ ਤੇ ਆ। ਇਹ ਤਿੰਨੋਂ ਮੈਟਲਸ ਉਹਨੂੰ ਡਿਸਪਲੇਸ ਕਰ ਸਕਦੀਆਂ। ਸੋ ਆਪਣੇ ਕੋਲ ਜਿਹੜਾ ਕਰੈਕਟ ਆਪਸ਼ਨ ਹੈ ਦੈਟ ਵਿਲ ਬੀ ਕਾਪਰ। ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਾ ਤਾਂ ਪਲੀਜ਼ ਤੁਸੀਂ ਇੱਕ ਵਾਰ ਚੈੱਕ ਕਰ ਲਿਓ ਐਕਟੀਵਿਟੀ ਸੀਰੀਜ਼। ਠੀਕ ਹੈ, ਉਹਦੇ ਵਿੱਚ ਜਿਹੜਾ ਮੈਂ ਆਰਡਰ ਬੋਰਡ ਤੇ ਲਿਖਿਆ ਹੈਗਾ ਮੈਗਨੀਸ਼ੀਅਮ, ਜ਼ਿੰਕ, ਆਇਰਨ ਤੇ ਕਾਪਰ ਦਾ, ਸੇਮ ਜਿਹੜੀ ਚੀਜ਼ ਆ ਉਹ ਫੋਲੋ ਹੋਈ ਆ। ਠੀਕ ਹੈ, ਤਾਂ ਜਿਹੜੀਆਂ ਉੱਪਰ ਹੁੰਦੀਆਂ ਉਹ ਹਾਈਲੀ ਰਿਐਕਟਿਵ ਆ, ਜਿਹੜੀ ਬਾਟਮ ਤੇ ਆ ਉਹ ਘੱਟ ਰਿਐਕਟਿਵ ਹੁੰਦੀ ਆ। ਉੱਪਰ ਵਾਲੀਆਂ ਹਮੇਸ਼ਾ ਨੀਚੇ ਵਾਲੀਆਂ ਨੂੰ ਡਿਸਪਲੇਸ ਕਰ ਸਕਦੀਆਂ। ਠੀਕ ਹੈ ਜੀ। ਓਕੇ ਬੱਚੇ, ਕਲੀਅਰ ਹੈ ਸਾਰਿਆਂ ਨੂੰ ਇੱਥੋਂ ओके ਤੱਕ? मैम। ਹਾਂਜੀ यस मैम। ਹਾਂਜੀ। ਦੈਨ ਇੱਕ ਕੱਲ ਮੈਂ ਤੁਹਾਨੂੰ ਨੂਮੈਰੀਕਲ ਸੌਰੀ MCQ ਕਰਵਾਇਆ ਸੀ ਕਿ ਵਿਚ ਆਫ ਦਾ ਫੋਲੋਇੰਗ ਆਰ ਨਾਟ ਆਇਨਿਕ ਕੰਪਾਊਂਡ। ਤਾਂ ਉਹਦੇ ਵਿੱਚ ਮੈਂ ਕਿਹਾ ਸੀ ਕਿ ਜਿਨ੍ਹਾਂ ਦੇ ਸਟਰਕਚਰਸ ਆਪਾਂ ਕੀਤੇ ਹੋਏ ਆ ਉਹ ਵਾਲੇ ਆਇਨਿਕ ਆ। ਕੈਲਸ਼ੀਅਮ ਕਲੋਰਾਈਡ ਤੇ NaCl ਆਇਨਿਕ ਸੀ, HCl ਤੇ CCl4 ਜਿਹੜੇ ਸੀ ਉਹ ਨਾਟ ਆਇਨਿਕ ਸੀਗਾ ਆਪਸ਼ਨ। ਤਾਂ ਉਹਨਾਂ ਦੇ ਵਿੱਚ ਬੌਂਡਿੰਗ ਕਿਵੇਂ ਹੁੰਦੀ ਹੈ ਮੈਂ ਤੁਹਾਨੂੰ ਕਿਹਾ ਸੀ ਮੈਂ ਕੱਲ ਐਕਸਪਲੇਨ ਕਰੂੰਗੀ। ਠੀਕ ਹੈ, ਸੋ ਟੁਡੇ ਆਈ ਵਿਲ ਐਕਸਪਲੇਨ ਦੈਟ। ਧਿਆਨ ਨਾਲ ਦੇਖਿਓ, ਇਹ ਟੌਪਿਕ ਆਪਾਂ ਪਹਿਲਾਂ ਨਹੀਂ ਕੀਤਾ ਹੋਇਆ ਹੈ ਤਾਂ ਨੈਕਸਟ ਚੈਪਟਰ ਦੇ ਵਿੱਚ ਉੱਥੇ ਵੀ ਆਪਾਂ ਕਰਾਂਗੇ, ਬਟ ਫਿਲਹਾਲ ਤੁਸੀਂ ਇਹਨੂੰ ਸਮਝ ਲਓ। ਜਿਵੇਂ ਹੁਣ ਆਪਣੇ ਕੋਲ HCl ਹੈ, ਠੀਕ ਹੈ, ਤਾਂ ਹੁੰਦਾ ਕੀ ਹੈ ਕਿ H ਜਿਹੜਾ ਹੈਗਾ ਉਹਦੇ ਵਿੱਚ Z is equal to 1 ਆ, ਤੇ ਜਿਹੜਾ Cl ਆ ਉਹਦੇ ਵਿੱਚ Z is equal to 17 ਆ। ਠੀਕ ਹੈ ਜੀ। ਇਹਦੇ ਵਿੱਚ ਹੁਣ K ਸ਼ੈਲ ਦੇ ਵਿੱਚ 1 ਇਲੈਕਟ੍ਰੋਨ ਹੋਏਗਾ, ਇਹਦੇ ਵਿੱਚ ਕੀ ਹੈਗਾ K ਵਿੱਚ 2, L ਵਿੱਚ 8, M ਦੇ ਵਿੱਚ 7 ਇਲੈਕਟ੍ਰੋਨ ਹੋਣਗੇ। ਠੀਕ ਹੈ ਜੀ, 2 8 7। ਤਾਂ ਹੁਣ ਤੁਸੀਂ ਦੇਖੋ ਕਿ ਇਹ ਕੀ ਕਰਦਾ ਹੈਗਾ, ਇਹਨੂੰ 1 ਇਲੈਕਟ੍ਰੋਨ ਹੋਰ ਚਾਹੀਦਾ। ਠੀਕ ਹੈ, ਇਹਨੂੰ ਵੀ 1 ਇਲੈਕਟ੍ਰੋਨ ਹੋਰ ਚਾਹੀਦਾ।
मतलब इदा नहीं हैगा कि लूज कर देवे इलैक्ट्रॉन ते ਇਹ ਗੇਨ ਕਰ ਲਵੇ ਬਿਕੋਜ਼ ਇਹਨੂੰ ਵੀ 2 ਤਾਂ ਕੰਪਲੀਟ ਕਰਨੇ ਪੈਣਗੇ ਹਾਈਡਰੋਜਨ ਨੂੰ, ਠੀਕ ਹੈ, ਤੇ ਇਹਨੂੰ ਵੀ 1 ਚਾਹੀਦਾ। ਸੋ H ਦੇ ਉੱਪਰ ਆਪਾਂ 1 ਡਾਟ ਬਣਾਵਾਂਗੇ ਜਿਵੇਂ ਆਪਾਂ ਲਾਸਟ ਚੈਪਟਰ ਚ ਕੀਤਾ ਸੀ। Cl ਦੇ ਉੱਪਰ ਆਪਾਂ 7 ਡਾਟ ਬਣਾ ਦਿੰਨੇ ਆ ਇਦਾਂ, ਠੀਕ ਹੈ ਜੀ। ਤਾਂ ਇਹਦੇ ਵਿੱਚ ਕੀ ਹੁੰਦਾ ਹੈਗਾ ਕਿ ਦੋਨੋਂ ਕੀ ਕਰਦੇ ਆ, ਇੱਕ ਇਲੈਕਟ੍ਰੋਨ ਇਹ ਕਹਿੰਦਾ ਤੂੰ ਮੇਰੇ ਨਾਲ ਸ਼ੇਅਰ ਕਰ ਲੈ, ਸਰਕਲ ਬਣਾ ਦੇਣਾ। ਇੱਕ ਇਲੈਕਟ੍ਰੋਨ ਜਿਹੜਾ ਕਲੋਰੀਨ ਆ ਉਹ ਹਾਈਡਰੋਜਨ ਨਾਲ ਸ਼ੇਅਰ ਕਰਦਾ। ਸਰਕਲ ਦੇ ਅੰਦਰ 2 ਇਲੈਕਟ੍ਰੋਨ ਆ ਰਹੇ ਆ, ਧਿਆਨ ਨਾਲ ਦੇਖੋ। ਜਦੋਂ ਇਸ ਤਰ੍ਹਾਂ ਨਾਲ ਹੁੰਦਾ ਰਜੇ ਆਪਾਂ ਨੂੰ ਪਤਾ ਹੈ ਕਿ 1 bond is formed by 2 electrons and when 2 electrons are not provided by the same atom, 1 electron is provided by 1 atom, second electron is provided by second atom, ਤਾਂ ਉਦੋਂ ਕੀ ਹੁੰਦਾ ਹੈਗਾ ਇਹ ਦੋਨੋਂ ਇਸ ਬੌਂਡ ਨੂੰ ਸ਼ੇਅਰਿੰਗ ਨਾਲ ਬਣਾਉਂਦੇ ਆ। ਤੇ ਜਿਹੜਾ ਸ਼ੇਅਰਿੰਗ ਨਾਲ ਬੌਂਡ ਬਣਦਾ ਹੈਗਾ ਉਹਨੂੰ ਅਸੀਂ ਕਹਿੰਦੇ ਆ ਕੋਵੈਲੈਂਟ ਬੌਂਡ, ਠੀਕ ਹੈ ਜੀ। ਦਿਸ ਇਜ਼ ਕੋਵੈਲੈਂਟ ਬੌਂਡ, ਠੀਕ ਹੈ ਜੀ। ਇਹ ਆਇਨਿਕ ਨਹੀਂ ਹੁੰਦਾ, ਕੋਵੈਲੈਂਟ ਹੁੰਦਾ। ਸੇਮ ਵੇ ਐਗਜ਼ਾਮਪਲ ਨੋਟ ਕਰ ਲਓ, ਸੇਮ ਵੇ ਮੈਂ ਤੁਹਾਨੂੰ CCl4 ਦਾ ਸਟਰਕਚਰ ਵੀ ਕਰਵਾਉਣੀ ਹੈ। हाँ जी, कैन आई इरेज, कैन आई इरेज? हाँ जी हाँ जी। देन अपने को हैगा CCl4। ਹੁਣ Cl ਦਾ ਤਾਂ ਉਦਾਂ ਹੀ ਮੈਂ ਲਿਖਿਆ ਰਹਿਣ ਦਿੱਤਾ ਬਿਕੋਜ਼ ਆਪਾਂ ਨੂੰ ਯੂਜ਼ ਕਰਨਾ ਪੈਣਾ। ਕਾਰਬਨ ਦਾ ਹੁੰਦਾ Z = 6, KLM ਦੇ ਵਿੱਚ ਇਹਦੀ ਡਿਸਟ੍ਰੀਬਿਊਸ਼ਨ ਕਰਾਂਗੇ ਤਾਂ 2 4 ਆਉਂਦਾ। ਹੁਣ ਇਹਨੂੰ ਆਪਣੀ ਬਾਹਰਲੀ ਸ਼ੈਲ ਕੰਪਲੀਟ ਕਰਨ ਲਈ 4 ਇਲੈਕਟ੍ਰੋਨਸ ਦੀ ਲੋੜ ਆ, ਬਟ ਇਹਨੂੰ 1 ਹੀ ਲੋੜ ਆ, ਠੀਕ ਹੈ। ਮਤਲਬ ਇਹਨੂੰ ਵੀ 4 ਚਾਹੀਦੇ, ਇਹਨੂੰ 1 ਚਾਹੀਦਾ, ਲੂਜ਼ ਕੋਈ ਨਹੀਂ ਕਰ ਰਿਹਾ। ਸੋ ਅਸੀਂ ਕੀ ਕਰਦੇ ਆ, ਕਾਰਬਨ ਦੇ ਉੱਪਰ 4 ਡਾਟ ਬਣਾ ਦਿੰਨੇ ਆ ਇਦਾਂ, ਇਹਦੇ ਅਰਾਊਂਡ 4 Cl ਬਣਾ ਦਿੰਨੇ ਆ ਜਿਨ੍ਹਾਂ ਦੇ ਉੱਪਰ 7-7 ਇਲੈਕਟ੍ਰੋਨ ਆ। ਠੀਕ ਹੈ ਜੀ। ਇਹ ਕਿਹਦੇ ਨਾਲ ਸ਼ੇਅਰ ਕਰੇਗਾ, ਇੱਕ ਕਿਹਦੇ ਨਾਲ ਸ਼ੇਅਰ ਕਰੇਗਾ, ਇੱਕ ਕਿਹਦੇ ਨਾਲ ਸ਼ੇਅਰ ਕਰੇਗਾ, ਇੱਕ ਕਿਹਦੇ ਨਾਲ ਸ਼ੇਅਰ ਕਰੇਗਾ। ਕਾਰਬਨ ਵੀ ਇਸੇ ਤਰ੍ਹਾਂ ਕਰ ਰਿਹਾ ਤੇ ਕਾਰਬਨ ਵਾਲੇ ਸਰਕਲ ਦੇ ਵਿੱਚ 8 ਇਲੈਕਟ੍ਰੋਨਸ ਆ ਜਾਣਗੇ। ਆਹ ਵਾਲੇ ਸਰਕਲ ਚ ਸੈਂਟਰ ਚ ਤੁਸੀਂ ਧਿਆਨ ਰੱਖਣਾ ਵੀ 8 ਡਾਟਸ ਆਉਣ, ਠੀਕ ਹੈ। ਸਰਕਲ ਬਣਾਉਣੇ ਹੀ ਹੈ ਬਿਕੋਜ਼ ਸਰਕਲ ਮਿਊਚੁਅਲ ਸ਼ੇਅਰਿੰਗ ਨੂੰ ਸ਼ੋ ਕਰਦੇ ਆ। ਤੇ ਕਾਰਬਨ ਜਿਹੜਾ ਹੈਗਾ ਉਹਦੇ ਅਰਾਊਂਡ ਇਸ ਤਰ੍ਹਾਂ ਨਾਲ 4 Cl ਬਣ ਜਾਂਦੀ ਹੈ। ਇਹ ਹੁੰਦਾ CCl4 ਦਾ ਸਟਰਕਚਰ, ਠੀਕ ਹੈ ਜੀ। ਡਾਟਸ ਦਾ ਪਤਾ ਲੱਗ ਗਿਆ ਇੱਕ ਵਾਰ। ਜੇ ਤੁਹਾਨੂੰ ਇਹ ਸਰਕਲਸ ਵਿੱਚ ਡਿਫਿਕਲਟੀ ਆ ਰਹੀ ਹੈ ਤਾਂ ਮੈਂ ਰਿਪੀਟ ਕਰ ਦਿੰਨੀ ਆ ਕਿ ਜਿਹੜਾ ਵੀ ਦੇਖੋ ਆਪਣੇ ਕੋਲ ਜਦੋਂ ਸ਼ੇਅਰਿੰਗ ਹੁੰਦੀ ਹੈ, ਇੱਕ ਇਲੈਕਟ੍ਰੋਨ ਇਹਨੇ ਦਿੱਤਾ, ਇੱਕ ਇਹਨੇ ਦਿੱਤਾ, ਕਾਮਨ ਸਰਕਲ ਦੇ ਵਿੱਚ ਉਹ 2 ਇਲੈਕਟ੍ਰੋਨ ਹੀ ਆਉਣੇ ਚਾਹੀਦੇ। ਇਹਦੇ ਵੀ ਕਾਮਨ ਸਰਕਲ 'ਚ 2 ਇਲੈਕਟ੍ਰੋਨ ਆਉਣੇ ਚਾਹੀਦੇ ਆ, ਇਹਦੇ ਨਾਲ ਵੀ ਐਂਡ ਇਹਦੇ ਨਾਲ ਵੀ, ਠੀਕ ਹੈ ਜੀ। ਇਸ ਤਰ੍ਹਾਂ ਦੇ ਬੌਂਡ ਨੂੰ ਅਸੀਂ ਕੋਵੈਲੈਂਟ ਬੌਂਡ ਕਹਿੰਦੇ ਹਾਂ। ਓਕੇ ਜੀ, यस मैम। ਸਮਝ ਲੱਗ ਗਈ ਬੱਚੇ ਸਾਰਿਆਂ ਨੂੰ ਇੱਥੋਂ ਤੱਕ? यस मैम। ਹਾਂ, ਹੁਣ ਆਪਾਂ ਮਾਰਕਸ ਪੁੱਛ ਲਈਏ ਹੈ ਨਾ। Yes, ma'am. प्रतीक, how many marks? 8, ma'am. Okay. And Daman? Daman? Janvi? 8, ma'am. Jaskaran? Okay, Veerpal? Jaskaran ਦੇ ਕਿੰਨੇ ਨੰਬਰ ਆ? कोमल गिल? मैम ਦਿੱਤਾ ਨਹੀਂ ਸੀਗਾ ਟੈਸਟ। ਬੱਚੇ ਕੱਲ ਤੋਂ ਅਟੈਂਪਟ ਕਰਿਓ, ਠੀਕ ਹੈ, ਇੰਟਰਸਟਿੰਗ ਹੀ ਲੱਗੇਗਾ ਤੁਹਾਨੂੰ। ਨਵਦੀਪ ਬਰਾੜ? 7 ਮੈਮ। ਦਮਨ ਕੋਈ ਗੱਲ ਨਹੀਂ, ਬਟ ਕੱਲ ਵੀ ਤੁਸੀਂ ਕੋਈ ਮਤਲਬ ਅਟੈਂਪਸ਼ਨ ਜਿਹੜੀ ਸੀਗੀ ਅਟੈਂਪਟ ਨਹੀਂ ਕੀਤਾ ਸੀ ਕੁਝ ਵੀ, ਠੀਕ ਹੈ। ਤੁਹਾਡਾ ਹੀ ਬੈਨੀਫਿਟ ਹੈ ਬੱਚੇ, MCQs ਹੀ ਆਉਣੇ ਆ ਹੁਣ ਪੇਪਰ ਦੇ ਵਿੱਚ। ਓਕੇ ਨਵਦੀਪ, ਥੈਂਕ ਯੂ। ਪੁਨੀਤ? 9 मैम। वेरी गुड। राजवीर बराड़?
7 मैम Good. Sahilpreet. Okay, good. Sania Arora. मैम 8 Simranjeet. 7 मैम Sneha Batra. 8 मैम Subheg Singh. लेट हो गए थे यार ਓਕੇ ਜੀ, ਥੈਂਕ ਯੂ ਰਜੇ, ਬਹੁਤ ਮਤਲਬ ਵਧੀਆ ਮਾਰਕਸ ਆਏ ਆ ਚਲੋ ਤੁਹਾਡੇ, ਹਨਾ। ਦੇਖੋ ਇੱਕ ਤਾਂ ਮੈਂ ਤੁਹਾਨੂੰ ਚੀਜ਼ ਦੱਸ ਦਿਆਂ ਵੀ ਰਜੇ, ਮੈਂ ਤਾਂ ਤੁਹਾਨੂੰ ਮੈਕਸਿਮਮ ਪ੍ਰੈਕਟਿਸ ਹੀ ਕਰਵਾ ਸਕਦੀ ਹਾਂ, ਹਨਾ। ਤਾਂ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਅਟੈਂਪਟ ਕਰ ਲਓ। ਹੁਣ ਮੈਂ ਤੁਹਾਡੇ ਕੋਲ ਨਹੀਂ ਆ ਸਕਦੀ, ਬਸ ਬਾਕੀ ਮੈਂ ਹਰ ਆਪਣੇ ਵੱਲੋਂ ਪੋਸੀਬਲ ਜਿਹੜਾ ਹੈਗਾ ਕੰਮ ਉਹ ਕਰ ਰਹੀ ਹਾਂ, ਠੀਕ ਹੈ। ਤੁਸੀਂ ਦੇਖੋ ਆਪਣੇ ਵੱਲੋਂ ਜੋ ਵੀ ਤੁਹਾਨੂੰ ਲੱਗਦਾ ਹੈਗਾ, ਜਿੰਨਾ ਵੀ ਤੁਸੀਂ ਕਲਾਸ ਲਗਾਈ ਆ, ਅਟੈਂਪਟ ਕਰਿਆ ਕਰੋ ਜ਼ਰੂਰ ਫਸਟ 10 ਮਿੰਟਸ ਦੇ ਵਿੱਚ। ਫਿਰ ਆਪਾਂ ਉਹਨਾਂ ਨੂੰ ਡਿਸਕਸ ਕਰਦੇ ਹਾਂ, ਫਿਰ ਮਾਰਕਸ ਪੁੱਛਦੇ ਹਾਂ, ਮਜ਼ਾ ਆਉਂਦਾ, ਇੱਕ ਐਕਟੀਵਿਟੀ ਲੱਗਦੀ ਹੈ। ਨਹੀਂ ਤਾਂ ਫਿਰ ਉਦਾਂ ਹੀ ਜੇ ਇਕੱਲੀ ਅਟੈਂਡੈਂਸ ਪਿੱਛੇ ਹੀ ਕਲਾਸ ਲਾਉਣੀ ਹੈ ਤਾਂ ਉਹਦਾ ਕੋਈ ਫਾਇਦਾ ਨਹੀਂ, ਠੀਕ ਹੈ। ਕਿਉਂਕਿ ਆਪਣੇ ਟੌਪਿਕਸ ਜਿਹੜੇ ਆ ਉਹ ਤਾਂ ਆਲਮੋਸਟ ਹੋਏ ਹੋਏ ਆ, ਮਤਲਬ ਸਾਰੇ ਕਰ ਹੀ ਲਏ ਆਪਾਂ। ਜਿਹੜੇ ਬਾਕੀ ਨੈਕਸਟ ਚੈਪਟਰ ਆ ਉਹ ਆਪਾਂ ਪੇਪਰ ਤੋਂ ਬਾਅਦ ਹੀ ਸਟਾਰਟ ਕਰਾਂਗੇ, ਠੀਕ ਹੈ। ਉਨੇ ਦਿਨ ਮੈਂ ਇਸ ਚੈਪਟਰ ਦੀ ਪ੍ਰੈਕਟਿਸ ਹੀ ਕਰਵਾਉਣੀ ਹੈ, ਉਦੋਂ ਤੱਕ ਆਪਣਾ ਸਿਲੇਬਸ ਵੀ ਆ ਜਾਏਗਾ ਤੁਹਾਡਾ ਫਸਟ ਟਰਮ ਦਾ। ਤੇ ਠੀਕ ਹੈ ਬੱਚੇ, ਥੈਂਕ ਯੂ ਵੈਰੀ ਮਚ। ਆਈ ਐਮ ਗੋਇੰਗ ਟੂ ਐਂਡ ਦ ਕਲਾਸ।